नमस्कार। खबरों के इस बुलेटिन में तुहाडा स्वागत है। मैं हाँ जसप्रीत सिंह। पहला पेश ने चोणवीआं खबरां। केंद्र सरकार ने अगले 6 महीनों ਲਈ खाद ते सबसिडी ਨੂੰ ਵਧਾ के 60,939 करोड़ रुपए किया। प्रधानमंत्री स्वनिधि योजना दसंबर 2024 तक ਵਧਾਈ। प्रधानमंत्री नरेंद्र मोदी ने कोविड हालात बारे मुख मंत्रियों नाल कीती ऑनलाइन मीटिंग। ਪੈਟਰੋਲ ਅਤੇ ਡੀਜ਼ਲ ਤੇ ਸੂਬਿਆਂ ਦੇ ਹਿੱਸੇ ਦੀ ਵੈਟ ਦਰ ਘਟਾਉਣ ਦੀ ਅਪੀਲ। ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਕਿਸਾਨਾਂ ਲਈ ਸਾਬਤ ਹੋ ਰਹੀ ਹੈ ਲਾਹੇਵੰਦ। ਮੌਸਮ ਵਿਭਾਗ ਨੇ ਆਉਂਦੇ ਦਿਨਾਂ ਵਿੱਚ ਗਰਮੀ ਹੋਰ ਵਧਣ ਦੀ ਦਿੱਤੀ ਚੇਤਾਵਨੀ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਅੱਜ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਛੋਟੇ ਕਾਰੋਬਾਰੀਆਂ ਅਤੇ ਕਿਸਾਨਾਂ ਲਈ ਕਈ ਮਹੱਤਵਪੂਰਨ ਫੈਸਲੇ ਲਏ ਗਏ। ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਨਵੀਂ ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਹਨਾਂ ਫੈਸਲਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਖਰੀਫ ਦੇ ਸੀਜ਼ਨ ਵਿੱਚ ਫਾਸਫੋਰਸ ਅਤੇ ਪੋਟਾਸ਼ ਵਾਲੀਆਂ ਖਾਦਾਂ ਲਈ ਪੌਸ਼ਟਿਕ ਤੱਤ ਆਧਾਰਿਤ ਸਬਸਿਡੀ ਨੂੰ ਵਧਾ ਕੇ 60,939 ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ DAP ਦੇ ਬੈਗ ਤੇ 2,501 ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲੇ ਅਗਲੇ 6 ਮਹੀਨਿਆਂ ਲਈ ਕੀਤੇ ਗਏ ਨੇ ਅਤੇ ਇਸ ਨਾਲ ਕਿਸਾਨਾਂ ਨੂੰ ਕਾਫੀ ਰਾਹਤ ਮਿਲੇਗੀ। ਅਨੁਰਾਗ ਸਿੰਘ ਠਾਕੁਰ ਨੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਹਰ ਮਦਦ ਦੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਸਰਕਾਰ ਨੇ ਆਪਦਾ ਵੇਲੇ ਵੀ ਕਿਸਾਨਾਂ ਨੂੰ ਕੋਈ ਔਕੜ ਨਹੀਂ ਆਉਣ ਦਿੱਤੀ ਸੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨਾਂ ਦੀ ਲਾਗਤ ਘਟਾਉਣ ਅਤੇ ਮੁਨਾਫਾ ਵਧਾਉਣ ਸੰਬੰਧੀ ਫੈਸਲੇ ਕੀਤੇ ਨੇ। ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ ਸਰਕਾਰ ਨੇ ਪ੍ਰਧਾਨ ਮੰਤਰੀ ਸਵੈਨਿਧੀ ਯੋਜਨਾ ਨੂੰ ਦਸੰਬਰ 2024 ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਤਕਰੀਬਨ 31,90,000 ਵੈਂਡਰ ਇਸ ਯੋਜਨਾ ਦਾ ਲਾਭ ਲੈ ਰਹੇ ਨੇ। ਉਨ੍ਹਾਂ ਕਿਹਾ ਕਿ ਇਸ ਯੋਜਨਾ ਨਾਲ ਸਟਰੀਟ ਵੈਂਡਰਾਂ ਦੀ ਆਮਦਨੀ ਵਧੀ ਹੈ ਅਤੇ ਉਹ ਦੇਸ਼ ਦੀ ਅਰਥ ਵਿਵਸਥਾ ਨਾਲ ਜੁੜੇ ਨੇ। ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ ਰੇਹੜੀ ਫੜੀ ਵਾਲਿਆਂ ਨੂੰ 8 ਯੋਜਨਾਵਾਂ ਦਾ ਲਾਭ ਯਕੀਨੀ ਬਣਾਉਣ ਲਈ ਕੰਮ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਕੋਵਿਡ ਦੇ ਹਾਲਾਤ ਬਾਰੇ ਇੱਕ ਮੀਟਿੰਗ ਵਿੱਚ ਚਰਚਾ ਕੀਤੀ। ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਇਸ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਮੁੱਖ ਮੰਤਰੀਆਂ ਨੂੰ ਕੋਵਿਡ ਨਾਲ ਨਜਿੱਠਣ ਵਿੱਚ ਕੋਈ ਢਿੱਲ ਨਾ ਦੇਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਸਮਾਜਿਕ ਦੂਰੀ ਦੇ ਨਾਲ-ਨਾਲ ਮਾਸਕ ਪਹਿਨਣਾ ਯਕੀਨੀ ਬਣਾਇਆ ਜਾਵੇ ਅਤੇ ਸਾਰਿਆਂ ਦੇ ਟੀਕਾਕਰਨ ਵੱਲ ਉਚੇਚਾ ਧਿਆਨ ਦਿੱਤਾ ਜਾਵੇ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕੋਰੋਨਾ ਦੀ ਚੁਣੌਤੀ ਹਾਲੇ ਟਲੀ ਨਹੀਂ ਹੈ ਅਤੇ ਸਾਰਿਆਂ ਨੂੰ ਅਲਰਟ ਰਹਿਣਾ ਚਾਹੀਦਾ ਹੈ। ये स्पष्ट है कि कोरोना की चुनौती अभी पूरी तरह से टली नहीं है। ओमिक्रॉन और उसके सब वेरिएंट्स किस तरह गंभीर परिस्थिति पैदा कर सकते हैं, ये यूरोप के देशों में हम देख रहे हैं। पिछले कुछ महीनों में कुछ देशों में इन सब वेरिएंट्स की वजह से कई सर्ज आए हैं। हम भारतवासियों ने कई देशों की तुलना में अपने देश में हालात को काफी बेहतर और नियंत्रण में रखा है। इन सब के बावजूद पिछले 2 हफ्तों से जिस तरह से कुछ राज्यों में केसेस बढ़ रहे हैं, उससे हमें अलर्ट रहने की जरूरत है। ਮੰਤਰੀਆਂ ਨੂੰ ਪੈਟਰੋਲ ਡੀਜ਼ਲ ਤੇ ਆਪਣੇ ਹਿੱਸੇ ਦੀ ਵੈਟ ਦਰ ਘਟਾਉਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਆਰਥਿਕ ਫੈਸਲਿਆਂ ਵਿੱਚ ਕੇਂਦਰ ਤੇ ਰਾਜ ਸਰਕਾਰਾਂ ਦਾ ਤਾਲਮੇਲ ਜ਼ਰੂਰੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ 6 ਮਹੀਨੇ ਲੇਟ ਹੀ ਸਹੀ ਹੁਣ ਸੂਬਾ ਸਰਕਾਰਾਂ ਇਹ ਟੈਕਸ ਘਟਾ ਸਕਦੀਆਂ ਨੇ। ਉਨ੍ਹਾਂ ਕਿਹਾ ਕਿ ਕੁਝ ਸੂਬਿਆਂ ਨੇ ਨਾਗਰਿਕਾਂ ਦੀ ਭਲਾਈ ਲਈ ਟੈਕਸਾਂ ਵਿੱਚ ਕਟੌਤੀ ਕੀਤੀ ਹੈ, ਪਰ ਹੋਰਨਾਂ ਸੂਬਿਆਂ ਨੂੰ ਵੀ ਇਸ ਵੱਲ ਪਹਿਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਦੁਨੀਆ ਭਰ ਵਿੱਚ ਚੱਲ ਰਹੇ ਸੰਕਟ ਨੂੰ ਦੇਖਦਿਆਂ ਸਾਰਿਆਂ ਨੂੰ ਮਿਲ ਕੇ ਕੰਮ ਕਰਨ ਦੀ ਜ਼ਰੂਰਤ ਹੈ। ਮੀਟਿੰਗ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਸਿਹਤ ਮੰਤਰੀ ਮਨਸੁਖ ਮਾਂਡਵੀਆ ਅਤੇ ਸਿਹਤ ਮੰਤਰਾਲਾ ਦੇ ਉੱਚ ਅਧਿਕਾਰੀ ਵੀ ਸ਼ਾਮਲ ਹੋਏ। ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਕਿਸਾਨਾਂ ਲਈ ਬੇहद ਲਾਹੇਵੰਦ ਸਾਬਤ ਹੋ ਰਹੀ ਹੈ।
ਕਿਸਾਨ ਇਸ ਨੂੰ ਆਪਣੇ ਲਈ ਫਾਇਦੇਮੰਦ ਦੱਸਦੇ ਨੇ ਅਤੇ ਨਾਲ ਹੀ ਇਨੀ ਦਿਨੀ ਮੰਡੀਆਂ ਵਿੱਚ ਚੱਲ ਰਹੇ ਕਣਕ ਦੀ ਖਰੀਦ ਦੇ ਕੰਮ ਤੋਂ ਵੀ ਪੂਰੀ ਤਰ੍ਹਾਂ ਸੰਤੁਸ਼ਟ ਨੇ। ਇੱਕ ਰਿਪੋਰਟ। ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਨੇ ਕਿਸਾਨਾਂ ਨੂੰ ਕਾਫੀ ਰਾਹਤ ਪਹੁੰਚਾਈ ਹੈ। ਕਿਸੇ ਵੀ ਕੁਦਰਤੀ ਆਫਤ ਸਮੇਂ ਇਹ ਯੋਜਨਾ ਕਿਸਾਨਾਂ ਦੀ ਬਾਹ ਫੜਦੀ ਹੈ। ਇਹ ਕਹਿਣਾ ਹੈ ਜਲੰਧਰ ਲਾਗੇ ਪਿੰਡ ਨਾਲਾ ਦੇ ਕਿਸਾਨਾਂ ਦਾ। ਜਿਹੜੀ ਫਸਲ ਦਾ ਬੀਮਾ ਕਰਦੇ ਆ ਉਹ ਤਾਂ ਸਾਰਿਆਂ ਨਾਲੋਂ ਵਧੀਆ ਤਰੀਕਾ ਆ ਕਿਸਾਨ ਨੂੰ ਬਚਾਉਣ ਦਾ, ਕਿਉਂਕਿ ਕਾਫੀ ਵਾਰ ਦੇਖਿਆ ਜਾਂਦਾ ਹੈ ਕਈ ਵਾਰੀ ਪ੍ਰਕਿਰਤੀ ਦੀ ਜਾਂ ਕੋਈ ਹੋਰ ਨਿੱਜੀ ਕਾਰਨਾਂ ਕਰਕੇ ਫਸਲ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਜਾਂਦਾ ਆ, ਜਿਹਦੇ ਵਿੱਚ ਬੀਮਾ ਉਸ ਨੁਕਸਾਨ ਨੂੰ ਕਵਰ ਕਰਦਾ ਆ, ਜਿਸ ਨਾਲ ਜ਼ਿਮੀਂਦਾਰ ਦਾ ਫਾਇਦਾ ਤਾਂ ਚਲੋ ਨਹੀਂ ਪਰ ਕਾਫੀ ਹੱਦ ਤੱਕ ਕਿਤੇ ਨਾ ਕਿਤੇ ਉਹ ਆਪਣੇ ਮਾੜਾ ਸਮਾਂ ਬਚ ਜਾਂਦਾ ਆ, ਯਾਨੀ ਕਿ ਮੰਨ ਲਓ ਵੱਡੇ ਨੁਕਸਾਨ ਤੋਂ ਬਚ ਜਾਂਦਾ ਹੈ, ਖਰਚਾ ਪੂਰਾ ਹੋ ਜਾਂਦਾ ਉਹਦਾ। ਕਿਸਾਨ ਬੀਮਾ ਯੋਜਨਾ ਜਿਹੜੀ ਕੀਤੀ ਗਈ ਆ ਉਹ ਵੀ ਬਹੁਤ ਵਧੀਆ ਸਟੈਪ ਹੈਗਾ ਸਰਕਾਰ ਦਾ। ਉਹਦੇ ਵਿੱਚ ਇਹ ਆ ਵੀ ਫਸਲ ਬੀਜੀ ਆ, ਜਿੱਦਾਂ ਕਿ ਮਤਲਬ ਹੁਣ ਐਤਕੀ ਝਾੜ ਦਾ ਕਣਕ ਦਾ ਘਾਟਾ ਆ, ਜੇ ਬੀਮਾ ਹੋਊਗਾ ਤੇ ਜੇ ਪੈਸੇ ਉਹਦੇ ਘਰ ਦੇ ਹੋ ਤੇ ਕਿਸਾਨ ਆਪਣੀ ਜਿਹੜੀ ਕਿਸਾਨ ਬੀਮਾ ਯੋਜਨਾ ਕੀਤੀ ਗਈ ਆ ਉਹ ਆ ਕੋਈ ਹਾਦਸਾ ਹੋ ਜਾਂਦਾ, ਕੋਈ ਹੋਰ ਗੱਲ ਹੋ ਜਾਂਦੀ ਆ, ਉਹਦੇ ਵਿੱਚ ਕਿਸਾਨ ਦਾ ਇਹਦੇ ਵਿੱਚ ਫਾਇਦਾ ਹੀ ਫਾਇਦਾ ਹੈਗਾ। ਮੰਡੀਆਂ ਵਿੱਚ ਇन्हीं ਦਿਨੀ ਕਣਕ ਖਰੀਦ ਦਾ ਕੰਮ ਜ਼ੋਰਾਂ ਤੇ ਚੱਲ ਰਿਹਾ ਹੈ। ਇਸ ਖਰੀਦ ਮਗਰੋਂ ਕਣਕ ਦੇ ਪੈਸੇ ਵੀ ਸਿੱਧੇ ਕਿਸਾਨਾਂ ਦੇ ਖਾਤਿਆਂ ਵਿੱਚ ਜਾ ਰਹੇ ਨੇ, ਜਿਸ ਨਾਲ ਕਿਸਾਨ ਖੁਸ਼ ਨੇ। ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਕੁਝ ਕਿਸਾਨਾਂ ਦਾ ਖਰੀਦ ਪ੍ਰਬੰਧਾਂ ਬਾਰੇ ਕਹਿਣਾ ਹੈ। ਕੇਂਦਰ ਸਰਕਾਰ ਬਹੁਤ ਵਧੀਆ ਕਣਕ ਚੁੱਕਦੇ ਪਏ ਆ ਤੇ ਪੇਮੈਂਟ ਵੀ ਵਧੀਆ ਕਰਦੇ ਪਏ ਆ ਤੇ ਕੋਈ ਰੋਸ ਨਹੀਂ, ਸਾਨੂੰ ਪੈਸੇ ਵੀ ਸਾਨੂੰ ਵੱਧ ਮਿਲਦੇ ਪਏ ਆ ਪ੍ਰਾਈਵੇਟ। ਸਮਝ ਜੀ ਮੈਂ ਸਰਕਾਰ ਦਾ ਬਹੁਤ ਧੰਨਵਾਦ ਕਰਨਾ, ਜਿਹਨਾਂ ਪੇਮੈਂਟਾਂ 24 ਘੰਟੇ ਦੇ ਪੇਮੈਂਟਾਂ ਪਾ ਰਹੇ ਆ, ਕੋਈ ਕਿਸੇ ਕਿਸਮ ਦੀ ਦਿੱਕਤ ਨਹੀਂ ਆ ਰਹੀ ਜ਼ਿਮੀਂਦਾਰ ਨੂੰ। ਕਣਕ ਦੀ ਪ੍ਰਾਈਵੇਟ ਮੰਡੀ ਦੇ ਵਿੱਚ ਵੀ ਕਾਫੀ ਮੰਗ ਆ, ਕਿਸਾਨਾਂ ਨੂੰ ਵੱਧ ਕੀਮਤ ਮਿਲ ਰਹੀ ਆ। ਇਸ ਕਰਕੇ ਇਸ ਵਾਰ ਕਿਸਾਨ ਕੋਲ ਦੋ ਆਪਸ਼ਨਾਂ ਨੇ, ਉਹ ਪ੍ਰਾਈਵੇਟ ਵੀ ਵੇਚ ਸਕਦਾ ਤੇ ਸਰਕਾਰੀ ਵੀ ਵੇਚ ਸਕਦਾ। ਕਣਕ ਦੀ ਜਿਹੜੀ ਨਾਲੋਂ ਨਾਲ ਢੋਆ ਢਵਾਈ ਕੀਤੀ ਆ, ਐਤਕੀ ਜਿਹੜੇ ਪੈਸੇ ਵੀ ਆ ਸਾਡੇ ਸਿੱਧੇ ਅਕਾਊਂਟਾਂ ਦੇ ਵਿੱਚ ਆਏ ਆ। ਮੈਂ ਕੇਂਦਰ ਸਰਕਾਰ ਦਾ ਬਹੁਤ ਧੰਨਵਾਦ ਕਰਦਾ। ਮੌਸਮ ਨੇ ਇਸ ਵਾਰ ਕਣਕ ਦੇ ਝਾੜ ਤੇ ਅਸਰ ਪਾਇਆ ਹੈ ਅਤੇ ਕਿਸਾਨ ਇਸ ਲਈ ਸਰਕਾਰ ਤੋਂ ਮਦਦ ਚਾਹੁੰਦੇ ਨੇ। ਉਹਨਾਂ ਨੂੰ ਅਸੀਂ ਬਹੁਤ ਧੱਕਾ ਲੱਗ ਰਿਹਾ, ਜਿਹੜਾ ਫਸਲ ਦਾ ਝਾੜ ਆ ਕਣਕ ਦਾ ਇਸ ਵੇਲੇ ਵੱਧ ਤੋਂ ਵੱਧ 14 ਕੁਇੰਟਲ ਖੇਤ ਦਾ ਨਿਕਲਿਆ ਹੈਗਾ ਆ, ਤੇ ਉਹਦੇ ਕਰਕੇ ਕਿਸਾਨਾਂ ਦੀ ਪੈਦਾਵਾਰ ਬਹੁਤ ਘੱਟ ਆ, ਪੈਸੇ ਵੀ ਪੂਰੇ ਨਹੀਂ ਹੋ ਰਹੇ। ਜੋ ਜ਼ਮੀਨ ਠੇਕੇ ਦੇ ਬਾਹਰ ਉਹਦਾ ਠੇਕਾ ਵੀ ਨਹੀਂ ਪੂਰਾ ਹੋ ਰਿਹਾ, ਤੇ ਪ੍ਰਧਾਨ ਮੰਤਰੀ ਜੀ ਦਾ ਧੰਨਵਾਦ ਕਰਦੇ ਹਾਂ। ਜੇ ਵੱਧ ਤੋਂ ਵੱਧ ਕਿਸਾਨ ਵੀਰਾਂ ਦਾ ਜੋ ਵੀ ਉਹਨਾਂ ਦਾ ਹੋਰ ਹੈਲਪ ਹੋ ਸਕਦੀ ਹੈ ਕਰਨੀ ਚਾਹੀਦੀ ਹੈ। ਇਸ ਵਾਰ ਕਣਕਾਂ ਦੇ ਝਾੜ ਘੱਟ ਨਿਕਲੇ ਆ, ਸਰਕਾਰ ਨੇ ਜੇ ਕਰਨਾ ਹੀ ਆ ਤੇ ਕਿਸਾਨਾਂ ਦੀ ਜੋ ਬੋਨਸ ਦੀ ਮੰਗ ਆ ਪ੍ਰਤੀ ਕੁਇੰਟਲ ਘੱਟ ਝਾੜ ਕਰਕੇ ਉਹ ਘੱਟੋ ਘੱਟ ਜਿਹੜਾ ਵਾ ਕਿਸਾਨਾਂ ਨੂੰ 500 ਰੁਪਈਆ ਜਿਹੜਾ ਪਰ ਕੁਇੰਟਲ ਦੇ ਹਿਸਾਬ ਨਾਲ ਬੋਨਸ ਜ਼ਰੂਰ ਦਿੱਤਾ ਜਾਵੇ। ਯਕੀਨਨ ਭਾਰਤ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਨੇ ਕਿਸਾਨਾਂ ਦੀਆਂ ਕਈ ਮੁਸ਼ਕਲਾਂ ਦੂਰ ਕਰ ਦਿੱਤੀਆਂ ਨੇ ਅਤੇ ਉਹਨਾਂ ਨੂੰ ਹੁਣ ਇਹਨਾਂ ਦਾ ਬਹੁਤ ਫਾਇਦਾ ਹੋ ਰਿਹਾ ਹੈ। ਬਿਊਰੋ ਰਿਪੋਰਟ ਦੇ ਨਾਲ शिशु शर्मा शंतल, दूरदर्शन समाचार, जलंधर। ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਨੂੰ ਸਮਰਪਿਤ ਆਜ਼ਾਦੀ ਕਾ ਸਫ਼ਰ ਤਹਿਤ ਅਸੀਂ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ ਪ੍ਰਮੰਨੇ ਅਤੇ ਗੁੰਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ। ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਮਹਾਤਮਾ ਗਾਂਧੀ ਜੀ ਦੇ ਸਹਿਯੋਗੀ ਮਣੀਭਾਈ ਭੀਮਾਬਾਈ ਦੇਸਾਈ, ਸੁਤੰਤਰਤਾ ਸੈਨਾਨੀ ਅੰਜਨਾ ਦੇਵੀ ਚੌਧਰੀ ਤੇ ਸਮਾਜ ਸੁਧਾਰਕ ਟੀ.ਕੇ. ਮਾਧਵਨ ਬਾਰੇ ਜਾਣਕਾਰੀ ਦੇ ਰਹੇ ਹਾਂ। ਅੱਜ ਅਸੀਂ ਮਹਾਤਮਾ ਗਾਂਧੀ ਦੇ ਸਹਿਯੋਗੀ ਮਣੀਭਾਈ ਭੀਮਭਾਈ ਦੇਸਾਈ ਨੂੰ ਯਾਦ ਕਰ ਰਹੇ ਹਾਂ, ਜਿਨ੍ਹਾਂ ਦਾ ਜਨਮ 27 ਅਪ੍ਰੈਲ 1920 ਨੂੰ ਗੁਜਰਾਤ ਦੇ ਸੂਰਤ ਵਿੱਚ ਹੋਇਆ ਸੀ। 1942 ਵਿੱਚ ਭਾਰਤ ਛੱਡੋ ਅੰਦੋਲਨ ਦੌਰਾਨ ਉਹਨਾਂ ਨੂੰ ਜੇਲ੍ਹ ਵਿੱਚ ਰਹਿਣਾ ਪਿਆ। 1946 ਵਿੱਚ ਮਹਾਤਮਾ ਗਾਂਧੀ ਨੇ ਮਣੀਭਾਈ ਦੇਸਾਈ ਨੂੰ ਪੁਣੇ ਨੇੜੇ ਸਥਿਤ ਉਰਲੀ ਕੰਚਨ ਭੇਜਿਆ। ਉਹਨਾਂ ਨੇ ਪੇਂਡੂ ਲੋਕਾਂ ਦੇ ਹਿੱਤ ਵਿੱਚ ਕਈ ਪਹਿਲ ਕਦਮੀਆਂ ਕੀਤੀਆਂ ਤੇ ਉਹਨਾਂ ਨੂੰ ਬੜਾਵਾ ਦਿੱਤਾ। ਇਹਨਾਂ ਵਿੱਚ ਸੋਕੇ ਦੀ ਆਸ਼ੰਕਾ ਵਾਲੇ ਖੇਤਰਾਂ ਵਿੱਚ ਪਾਣੀ ਵਿਤਰਣ ਪ੍ਰਣਾਲੀ ਦੀ ਸਥਾਪਨਾ, ਉਰਲੀ ਕੰਚਨ ਵਿੱਚ ਕਿੱਤਾ ਟ੍ਰੇਨਿੰਗ ਨੂੰ ਬੜਾਵਾ ਦੇਣ ਦੇ ਵਿਸ਼ੇਸ਼ ਉਦੇਸ਼ ਨਾਲ ਪੇਂਡੂ ਸਕੂਲ ਤੇ ਸੰਯੁਕਤ ਸਹਿਕਾਰੀ ਖੇਤੀ ਸੁਸਾਇਟੀ ਦੀ ਸਥਾਪਨਾ ਸ਼ਾਮਲ ਹੈ। ਭਾਰਤ ਸਰਕਾਰ ਨੇ ਦੇਸਾਈ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ। 14 ਨਵੰਬਰ 1993 ਨੂੰ ਪੁਣੇ ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ। ਉਹਨਾਂ ਨੇ ਜਿਹੜੀਆਂ ਸੰਸਥਾਵਾਂ ਦੀ ਸਥਾਪਨਾ ਕੀਤੀ, ਉਹ ਲਗਾਤਾਰ ਰਾਸ਼ਟਰ ਅਤੇ ਲੋਕਾਂ ਦੀ ਸੇਵਾ ਵਿੱਚ ਅੱਜ ਵੀ ਕੰਮ ਕਰ ਰਹੀਆਂ ਨੇ। ਇਸ ਮਹਾਨ ਗਾਂਧੀਵਾਦੀ ਦੇਸ਼ ਭਗਤ ਨੂੰ
ਸਾਡਾ ਸ਼ਤ-ਸ਼ਤ ਨਮਨ। ਅੱਜ ਅਸੀਂ ਸੁਤੰਤਰਤਾ ਸੈਨਾਨੀ ਅੰਜਨਾ ਦੇਵੀ ਚੌਧਰੀ ਨੂੰ ਯਾਦ ਕਰ ਰਹੇ ਹਾਂ। ਉਹਨਾਂ ਦਾ ਦੇਹਾਂਤ 27 ਅਪ੍ਰੈਲ 1981 ਨੂੰ ਹੋਇਆ। ਉਹਨਾਂ ਨੇ ਆਪਣੇ ਪਤੀ ਸੁਤੰਤਰਤਾ ਸੈਨਾਨੀ ਰਾਮ ਨਾਰਾਇਣ ਚੌਧਰੀ ਨਾਲ ਮਿਲ ਕੇ ਰਾਜਪੂਤਾਨਾ ਰਿਆਸਤਾਂ ਦੀ ਸਾਮੰਤੀ ਨੀਤੀਆਂ ਖਿਲਾਫ ਲੜਾਈ ਲੜੀ। 1920 ਵਿੱਚ ਸਥਾਪਿਤ ਰਾਜਸਥਾਨ ਸੇਵਾ ਸੰਘ ਦੇ ਮਾਧਿਅਮ ਨਾਲ ਅੰਜਨਾ ਦੇਵੀ ਨੇ ਗਰੀਬ ਕਿਸਾਨਾਂ ਤੇ ਭੂਮੀਹੀਣ ਮਜ਼ਦੂਰਾਂ ਦੇ ਹਿੱਤਾਂ ਲਈ ਕੰਮ ਕੀਤਾ। ਅੰਜਨਾ ਦੇਵੀ ਨੇ 1921 ਤੋਂ 1924 ਤੱਕ ਮੇਵਾੜ ਅਤੇ ਬੂੰਦੀ ਦੀਆਂ ਮਹਿਲਾਵਾਂ ਵਿੱਚ ਰਾਜਨੀਤਿਕ ਚੇਤਨਾ ਜਗਾਈ। ਉਹਨਾਂ ਸਮਾਜਿਕ ਸੁਧਾਰ ਲਈ ਕਾਰਜ ਤੇ ਸੱਤਿਆਗ੍ਰਹਿ ਵੀ ਕੀਤਾ। ਬਾਅਦ ਵਿੱਚ ਅੰਜਨਾ ਦੇਵੀ ਨੇ ਬਿਜੋਲੀਆ ਵਿੱਚ 500 ਮਹਿਲਾਵਾਂ ਦੇ ਜਲੂਸ ਦੀ ਅਗਵਾਈ ਕੀਤੀ ਤੇ ਗ੍ਰਿਫਤਾਰ ਕਿਸਾਨਾਂ ਨੂੰ ਰਿਹਾ ਕਰਵਾਇਆ। 1932 ਤੋਂ 1935 ਤੱਕ ਰਾਸ਼ਟਰੀ ਅੰਦੋਲਨ ਵਿੱਚ ਹਿੱਸਾ ਲੈਣ ਕਾਰਨ ਉਹਨਾਂ ਨੂੰ 2 ਵਾਰ ਜੇਲ੍ਹ ਵੀ ਭੇਜਿਆ ਗਿਆ। ਉਹ 1930 ਦੇ ਦਹਾਕੇ ਵਿੱਚ ਡੂੰਗਰਪੁਰ ਰਿਆਸਤ ਦੇ ਭੀਲਾਂ ਦੀ ਸੇਵਾ ਵਿੱਚ ਸਮਰਪਿਤ ਰਹੀ। ਉਹ 1939 ਤੋਂ 1942 ਤੱਕ ਸੇਵਾਗ੍ਰਾਮ ਆਸ਼ਰਮ ਵਿੱਚ ਰਹੀ ਤੇ ਮਹਾਤਮਾ ਗਾਂਧੀ ਦੇ ਪ੍ਰੋਗਰਾਮਾਂ ਵਿੱਚ ਸ਼ਾਮਿਲ ਹੋਈ। ਅੰਜਨਾ ਦੇਵੀ 5 ਸਾਲ ਤੱਕ ਭਾਰਤ ਸੇਵਕ ਸਮਾਜ ਦੇ ਮਹਿਲਾ ਸੂਚਨਾ ਵਿਭਾਗ ਦੇ ਸੰਚਾਲਨ ਵਿੱਚ ਰੁੱਝੀ ਰਹੀ। ਉਹਨਾਂ ਜੀਵਨ ਭਰ ਜਨ ਸੇਵਾ ਅਤੇ ਰਾਸ਼ਟਰ ਨਿਰਮਾਣ ਲਈ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ। ਸੁਤੰਤਰਤਾ ਸੈਨਾਨੀ ਅੰਜਨਾ ਦੇਵੀ ਨੂੰ ਸਾਡੇ ਵੱਲੋਂ ਨਿੱਘੀ ਸ਼ਰਧਾਂਜਲੀ। ਅੱਜ ਅਸੀਂ ਮਹਾਨ ਸਮਾਜ ਸੁਧਾਰਕ ਟੀ.ਕੇ. ਮਾਧਵਨ ਨੂੰ ਵੀ ਸ਼ਰਧਾਂਜਲੀ ਭੇਂਟ ਕਰ ਰਹੇ ਹਾਂ, ਜਿਨ੍ਹਾਂ ਦਾ ਦੇਹਾਂਤ 27 ਅਪ੍ਰੈਲ 1930 ਨੂੰ ਹੋਇਆ ਸੀ। ਮਾਧਵਨ ਦਾ ਜਨਮ 2 ਸਤੰਬਰ 1884 ਨੂੰ ਕੇਰਲ ਦੇ ਕਾਰਤਿਕਾਪੱਲੀ ਵਿੱਚ ਹੋਇਆ ਸੀ। ਉਹ ਸਮਾਜ ਸੁਧਾਰ ਅੰਦੋਲਨ ਵਿੱਚ ਬਹੁਤ ਹੀ ਸਰਗਰਮ ਰਹੇ ਤੇ 1915 ਵਿੱਚ ਉਹਨਾਂ ਨੇ ਸਪਤਾਹਿਕ ਸਮਾਚਾਰ ਪੱਤਰ ਦੇਸ਼ਾਭਿਮਾਨੀ ਦਾ ਪ੍ਰਕਾਸ਼ਨ ਸ਼ੁਰੂ ਕੀਤਾ। 1918 ਵਿੱਚ ਉਹਨਾਂ ਨੇ ਜਾਤੀ ਤੇ ਭਾਈਚਾਰੇ ਤੋਂ ਪਰੇ ਸਾਰੇ ਲੋਕਾਂ ਲਈ ਮੰਦਰਾਂ ਵਿੱਚ ਦਾਖਲਾ ਤੇ ਉਪਾਸਨਾ ਦੇ ਅਧਿਕਾਰ ਦੀ ਮੰਗ ਨੂੰ ਲੈ ਕੇ ਤ੍ਰਾਵਣਕੋਰ ਦੀ ਪ੍ਰੀਸ਼ਦ ਸ਼੍ਰੀਮੂਲਮ ਪ੍ਰਜਾ ਸਭਾ ਵਿੱਚ ਪ੍ਰਸਤਾਵ ਪੇਸ਼ ਕੀਤਾ। ਇਹ ਪ੍ਰਸਤਾਵ 1923 ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੇ ਕਾਕੀਨਾਡਾ ਸੈਸ਼ਨ ਵਿੱਚ ਪੇਸ਼ ਕੀਤਾ ਗਿਆ। ਸ਼ੋਸ਼ਤ ਵਰਗਾਂ ਨੂੰ ਵਾਇਕਾਮ ਮਹਾਦੇਵ ਮੰਦਰ ਦੇ ਸਾਹਮਣੇ ਦੀ ਸੜਕ ਤੇ ਆਉਣ ਜਾਣ ਦਾ ਅਧਿਕਾਰ ਦਿਵਾਉਣ ਲਈ 1924 ਵਿੱਚ ਮਾਧਵਨ, ਕੇ. ਕਲੱਪਨ ਤੇ ਕੇ.ਪੀ. ਮੇਨਨ ਦੀ ਅਗਵਾਈ ਵਿੱਚ ਵਾਇਕਾਮ ਸੱਤਿਆਗ੍ਰਹਿ ਦੀ ਸ਼ੁਰੂਆਤ ਹੋਈ। ਮਾਧਵਨ ਤੇ ਕੇ.ਪੀ. ਮੇਨਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ। ਆਖਰ ਤ੍ਰਾਵਣਕੋਰ ਦੇ ਮਹਾਰਾਜਾ ਸਾਰੇ ਵਰਗਾਂ ਦੇ ਲੋਕਾਂ ਲਈ ਰਸਤਾ ਖੋਲ੍ਹਣ ਤੇ ਸਹਿਮਤ ਹੋ ਗਏ। ਹਾਲਾਂਕਿ ਮਾਧਵਨ ਨੂੰ ਮੰਦਰ ਵਿੱਚ ਸਭ ਦੇ ਦਾਖਲੇ ਲਈ ਆਪਣਾ ਸੰਘਰਸ਼ ਜਾਰੀ ਰੱਖਣਾ ਪਿਆ। ਉਹ ਤਿਰੂਨੇਲਵੇਲੀ ਵਿੱਚ ਗਾਂਧੀ ਜੀ ਨੂੰ ਮਿਲੇ ਤੇ ਉਹਨਾਂ ਨੂੰ ਵਾਇਕਾਮ ਆਉਣ ਦਾ ਸੱਦਾ ਦਿੱਤਾ। 46 ਸਾਲਾਂ ਦੀ ਉਮਰ ਵਿੱਚ ਆਪਣੇ ਨਿਵਾਸ ਤੇ ਮਾਧਵਨ ਦਾ ਦੇਹਾਂਤ ਹੋ ਗਿਆ। ਆਖਰੀ ਸਾਹਾਂ ਤੱਕ ਉਹ ਵਾਂਝੇ ਲੋਕਾਂ ਲਈ ਲੜਦੇ ਰਹੇ। ਮਹਾਨ ਸਮਾਜ ਸੇਵੀ ਟੀ.ਕੇ. ਮਾਧਵਨ ਨੂੰ ਸਾਡੀ ਨਿੱਘੀ ਸ਼ਰਧਾਂਜਲੀ। ਕਾਂਗਰਸ ਦੀ ਆਗੂ ਅਲਕਾ ਲਾਂਬਾ ਅੱਜ ਰੋਪੜ ਵਿੱਚ ਪੁਲਿਸ ਸਾਹਮਣੇ ਪੇਸ਼ ਹੋਏ। ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਸਮੇਤ ਵੱਡੀ ਗਿਣਤੀ ਵਿੱਚ ਹੋਰ ਨੇਤਾ ਤੇ ਵਰਕਰ ਮੌਜੂਦ ਰਹੇ। ਪੁਲਿਸ ਨੇ ਕਾਂਗਰਸ ਆਗੂਆਂ ਨੂੰ ਅਲਕਾ ਲਾਂਬਾ ਨਾਲ ਅੰਦਰ ਨਹੀਂ ਜਾਣ ਦਿੱਤਾ, ਜਿਸ ਦਾ ਕਾਂਗਰਸ ਆਗੂਆਂ ਨੇ ਵਿਰੋਧ ਕੀਤਾ ਅਤੇ ਜ਼ੋਰਦਾਰ ਹੰਗਾਮਾ ਕੀਤਾ। ਦੂਜੇ ਪਾਸੇ ਉੱਗੇ ਕਵੀ ਕੁਮਾਰ ਵਿਸ਼ਵਾਸ ਨੂੰ ਵੀ ਪੁਲਿਸ ਨੇ ਬੁਲਾਇਆ ਸੀ, ਪਰ ਉਹਨਾਂ ਇਸ ਖਿਲਾਫ ਹਾਈ ਕੋਰਟ ਵਿੱਚ ਪਟੀਸ਼ਨ ਦਾਖਲ ਕੀਤੀ ਹੈ। ਇਸ ਪਟੀਸ਼ਨ ਤੇ ਅੱਜ ਬਹਿਸ ਪੂਰੀ ਹੋ ਗਈ ਅਤੇ ਅਦਾਲਤ ਨੇ ਫੈਸਲਾ ਰੱਖ ਲਿਆ ਹੈ। ਆਪਣੀ ਪਟੀਸ਼ਨ ਵਿੱਚ ਕੁਮਾਰ ਵਿਸ਼ਵਾਸ ਨੇ ਮਾਮਲਾ ਖਾਰਜ ਕਰਨ ਦੀ ਮੰਗ ਕੀਤੀ ਹੈ। ਦੇਸ਼ ਦੇ ਹੋਰਨਾਂ ਹਿੱਸਿਆਂ ਵਾਂਗ ਪੰਜਾਬ ਵਿੱਚ ਗਰਮੀ ਦਾ ਕਹਿਰ ਲਗਾਤਾਰ ਬਣਿਆ ਹੋਇਆ ਹੈ। ਜ਼ਿਆਦਾਤਰ ਇਲਾਕਿਆਂ ਵਿੱਚ ਸਵੇਰ ਤੋਂ ਹੀ ਤਾਪਮਾਨ ਵਧਣ ਨਾਲ ਆਪਣੇ ਕੰਮਕਾਰ ਤੇ ਆਉਣ ਜਾਣ ਵਾਲਿਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਨੇ ਗਰਮੀ ਵਿੱਚ ਹੋਰ ਵਾਧਾ ਹੋਣ ਦੀ ਚੇਤਾਵਨੀ ਦਿੰਦਿਆਂ ਅਗਲੇ 4 ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਤੇਜ਼ ਗਰਮ ਹਵਾਵਾਂ ਚੱਲ ਸਕਦੀਆਂ ਨੇ।
ਬੰਗਲੁਰੂ ਵਿੱਚ ਚੱਲ ਰਹੀਆਂ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਦੇ ਅੱਜ ਚੌਥੇ ਦਿਨ ਮੰਗਲੌਰ ਯੂਨੀਵਰਸਿਟੀ ਦੀ ਐਨ ਮਾਰੀਆ ਨੇ ਕੁੱਲ 230 ਕਿਲੋਗ੍ਰਾਮ ਭਾਰ ਚੁੱਕ ਕੇ ਸੋਨ ਤਮਗਾ ਹਾਸਲ ਕੀਤਾ। ਉਹਨਾਂ ਭਾਰ ਚੁੱਕਣ ਦੇ 87 ਕਿਲੋਗ੍ਰਾਮ ਭਾਰ ਵਰਗ ਵਿੱਚ ਕਲੀਨ ਐਂਡ ਜਰਕ ਮੁਕਾਬਲੇ ਵਿੱਚ ਕੌਮੀ ਰਿਕਾਰਡ ਤੋੜਿਆ ਏ। ਜੈਨ ਯੂਨੀਵਰਸਿਟੀ ਦੇ ਸ਼ਿਵਾ ਸ੍ਰੀਧਰ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਲੋਕਾਂ ਦਾ ਮਨ ਜਿੱਤ ਲਿਆ। ਸ਼ਿਵਾ ਸ੍ਰੀਧਰ ਨੇ ਅੱਜ 5ਵਾਂ ਸੋਨ ਤਮਗਾ ਹਾਸਲ ਕੀਤਾ। ਇਹਨਾਂ ਖੇਡਾਂ ਵਿੱਚ ਜੈਨ ਯੂਨੀਵਰਸਿਟੀ 8 ਸੋਨ 4 ਚਾਂਦੀ ਅਤੇ 1 ਕਾਂਸੇ ਦੇ ਮੈਡਲ ਨਾਲ ਮੈਡਲ ਸੂਚੀ ਵਿੱਚ ਸਭ ਤੋਂ ਉੱਪਰ ਏ। ਅੰਨਾ ਯੂਨੀਵਰਸਿਟੀ 5 ਸੋਨ ਤਮਗਿਆਂ ਸਮੇਤ ਕੁੱਲ 10 ਤਮਗੇ ਜਿੱਤ ਕੇ ਦੂਜੇ, ਜਦਕਿ ਮੁੰਬਈ ਯੂਨੀਵਰਸਿਟੀ ਤੀਜੇ ਨੰਬਰ ਤੇ ਬਣੀ ਹੋਈ ਏ। ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕ RNU DDK ਜਲੰਧਰ ਦੇ YouTube ਚੈਨਲ, Facebook ਪੇਜ ਅਤੇ ਟਵਿੱਟਰ ਹੈਂਡਲ ਤੇ ਵੀ ਦੇਖ ਸਕਦੇ ਨੇ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੋਇਆ। ਮੈਂ ਮਾਸਕ ਲਗਾ ਕੇ ਸਟੂਡੀਓ ਤੋਂ ਬਾਹਰ ਜਾ ਰਿਹਾ ਹਾਂ। ਤੁਸੀਂ ਵੀ ਜਦੋਂ ਬਾਹਰ ਜਾਓ ਤਾਂ ਮਾਸਕ ਜ਼ਰੂਰ ਲਗਾਓ। ਇਜਾਜ਼ਤ ਦਿਓ। ਨਮਸਕਾਰ।